ਉੱਤਰੀ ਭਾਰਤ ਦਾ ਪਹਿਲਾ ਕੇਡਰ ਕੈਂਪ ਲੱਗਾ ਸੀ। ਉਹ ਕੇਡਰ ਕੈਂਪ ਸ਼ਿਮਲੇ ਦੇ ਕਾਲੂਵਾੜੀ ਮੰਦਿਰ ਵਿੱਚ ਲੱਗਾ ਸੀ। ਹਾਂਜੀ। ਪੂਰੇ ਮੁਲਕ ਵਿੱਚੋਂ ਜਾਂ ਪੂਰੇ ਉੱਤਰ ਭਾਰਤ ਵਿੱਚੋਂ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਪੰਜਾਬ ਦੇ ਰੋਪੜ ਤੋਂ ਜ਼ਿਲ੍ਹੇ 'ਚੋਂ ਕਿੰਨੇ ਸੀ ਜਾਂ ਪੂਰੇ ਪੰਜਾਬ 'ਚੋਂ ਕਿੰਨੇ ਸੀ? ਉਸ ਵਿੱਚ ਉੱਤਰੀ ਭਾਰਤ ਤੋਂ ਕਿਹੜੇ-ਕਿਹੜੇ ਲੋਕਾਂ ਨੂੰ ਸੱਦਾ ਪੱਤਾ ਦਿੱਤਾ ਗਿਆ ਸੀ? ਸਾਹਿਬ ਦੇ ਕੇਡਰ ਲਾਉਣ ਦਾ ਢੰਗ ਜਾਂ ਉਹਨਾਂ ਦਾ ਬਿਲਕੁਲ ਅਨੁਸ਼ਾਸਨ ਜਾਂ ਕੇਡਰ ਕਿਹਨਾਂ ਲੋਕਾਂ ਨੂੰ ਲਾਉਣ ਦੀ ਇਜਾਜ਼ਤ ਸੀ? ਇਹ ਸਾਰਾ ਕੁਛ ਜ਼ਰੂਰ ਦੱਸੋ। ਜਦੋਂ ਅਸੀਂ ਕੈਡਰ ਦੀ ਗੱਲ ਕਰਦੇ ਹੈ ਤਾਂ ਜਦੋਂ ਅਸੀਂ ਕੈਡਰ ਲਏ ਹੈ ਉਦੋਂ ਅਸੀਂ ਹੈਰਾਨ ਹੋ ਗਏ ਕਿ ਉਹਨਾਂ ਦੀ ਥਿੰਕਿੰਗ, ਉਹਨਾਂ ਦੀ ਸੋਚਣੀ, ਉਹਨਾਂ ਦੀ ਸਾਈਕੋਲੋਜੀਕਲ, ਉਹਨਾਂ ਦਾ ਮੈਥਡ ਕਿੱਡਾ ਤਕੜਾ ਹੈ। ਉਹ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਆ ਜਾਓ ਬਈ, ਆ ਜਾਓ ਉੱਥੇ ਤੁਹਾਨੂੰ 4 ਗੱਲਾਂ ਸੁਣਾਈਏ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਉਦੋਂ ਘੱਟੋ ਘੱਟ 3 ਇੰਟਰਵਿਊਆਂ 'ਚੋਂ ਲੰਘਣਾ ਪੈਂਦਾ ਸੀ। ਅਗਰ ਕਿਸੇ ਨੇ ਕੈਡਰ ਕੈਂਪ ਲੈਣਾ ਹੈ ਤਾਂ ਪਹਿਲੀ ਇੰਟਰਵਿਊ ਹੁੰਦੀ ਸੀ ਜਿਹੜੇ ਇਹ ਕਹਿ ਲਓ ਵੀ ਇੰਡੀਆ ਦੇ ਸੀ ਬਣਾਏ ਝੱਲੀ ਜੀ, ਤੇਜਿੰਦਰ ਸਿੰਘ ਝੱਲੀ, ਉਹਨਾਂ ਦੀ ਇੰਟਰਵਿਊ 'ਚੋਂ ਗੁਜ਼ਰਨਾ ਪੈਂਦਾ ਸੀ। ਉਹਨਾਂ ਦੇ ਪਾਸ ਹੋਣ ਤੋਂ ਬਾਅਦ ਉਹਨਾਂ ਤੋਂ ਪਹਿਲਾਂ ਇੱਕ ਹੋਰ ਇੰਟਰਵਿਊ ਹੁੰਦੀ ਸੀ। ਤਾਂ ਲਾਸਟ ਇੱਕ ਤੀਸਰੀ ਇੰਟਰਵਿਊ ਜਿਹੜੀ ਹੈ ਸਾਬਕਾ ਸ਼ੀਆਮ ਜੀ ਖੁਦ ਲੈਂਦੇ ਸਨ। ਜਿਹੜੇ ਉਹਨਾਂ ਦੀ ਇੰਟਰਵਿਊ 'ਚ ਪਾਸ ਹੋ ਜਾਂਦੇ ਸਨ ਉਹ ਹੀ ਉਹਨਾਂ ਦਾ ਕੈਡਰ ਕੈਂਪ ਲੈ ਸਕਦੇ ਸਨ। ਔਰ ਜਦੋਂ ਉਹਨਾਂ ਨੇ ਬਾਮ ਸਾਹਿਬ ਦੀ ਪਹਿਲੀ ਕੈਡਰ ਕੈਂਪ ਜਿਹੜਾ 7 ਸਟੇਟਾਂ ਦਾ ਸੀ, ਉੱਤਰੀ ਭਾਰਤ ਦੀਆਂ 7 ਸਟੇਟਾਂ ਦਾ, ਅਤੇ ਉਹਦੇ ਵਿੱਚ ਪੰਜਾਬ ਤੋਂ, ਰੋਪੜ ਤੋਂ ਅਸੀਂ 4 ਜਣੇ ਸਿਲੈਕਟ ਕਰੇ ਸੀ ਉਹਨਾਂ ਨੇ, ਸਾਬਕਾ ਘਣਸ਼ਿਆਮ ਜੀ ਨੇ ਆਪਣੀ ਇੰਟਰਵਿਊ 'ਚ, ਅਤੇ ਇੱਕ ਗੁਰਦਾਸਪੁਰੋਂ ਸੀ, ਨਵੇਂ ਸ਼ਹਿਰ ਤੋਂ ਸੀ 2-3। ਤਾਂ ਇਸ ਤਰ੍ਹਾਂ ਸ਼ਾਇਦ ਪੰਜਾਬ ਤੋਂ 16 ਜਣੇ ਸੀ, ਔਰ ਮਾਇਆਵਤੀ ਵੀਰ ਦਿੱਲੀੋਂ ਸੀ, ਕੱਲੀ ਇੱਕ ਸੀ ਉਹ, ਉਦੋਂ ਕੈਡਰ ਕੈਂਪ ਲੈਣ ਵਾਲੀ, ਸ਼ਿਮਲੇ ਵਿਖੇ ਹੋਇਆ ਸੀ ਉਹ। ਔਰ ਇਸੇ ਤਰ੍ਹਾਂ ਰਾਜਸਥਾਨ ਤੋਂ, ਜੰਮੂ ਕਸ਼ਮੀਰ ਤੋਂ, ਹਿਮਾਚਲ ਤੋਂ, ਹਰਿਆਣੇ ਤੋਂ, ਉੱਤਰੀ ਭਾਰਤ ਦੀਆਂ 7 ਸਟੇਟਾਂ, ਇਹਨਾਂ 'ਚੋਂ 60 ਹੈ ਸੀ ਕੈਂਡੀਡੇਟ ਜਿਨ੍ਹਾਂ ਨੂੰ ਇੰਟਰਵਿਊ 'ਚ ਜਿਹੜੇ ਪਾਸ ਸਿਲੈਕਟ ਹੋਏ ਸਨ, ਜਿਨ੍ਹਾਂ ਨੂੰ ਸਾਬਕਾ ਘਣਸ਼ਿਆਮ ਜੀ ਨੇ 5 ਦਿਨ ਦਾ ਕੈਡਰ ਕੈਂਪ ਦਿੱਤਾ। ਔਰ ਉਹ ਕੈਡਰ ਕੈਂਪ ਹੈਰਾਨੀ ਹੈ, ਇੰਨਾ ਅਨੁਸ਼ਾਸਿਤ ਸੀ। ਸਾਬਕਾ ਘਣਸ਼ਿਆਮ ਜੀ ਇਹ ਕਹਿੰਦੇ ਅਸੀਂ ਰਹਿੰਦੇ ਇਹ ਨਹੀਂ ਸੀ ਕਿ ਉਹਨਾਂ ਨੇ ਇੰਤਜ਼ਾਮ ਕਰਿਆ ਹੋਇਆ ਸੀ, ਰਹਿਣਾ ਵੀ ਅਸੀਂ ਤਾਂ ਪੰਜਾਬ ਦੇ ਜਿਹੜੇ ਆ ਉਹ ਗੁਰਦੁਆਰੇ ਵਿਖੇ ਰਹਿੰਦੇ ਸਨ ਸ਼ਿਮਲੇ, ਤਾਂ ਆਪਣੇ ਖਰਚੇ 'ਤੇ ਹੀ ਰਹਿੰਦੇ ਰਹੇ, ਸਾਰੇ ਇਸ ਤਰ੍ਹਾਂ ਹੀ ਰਹਿੰਦੇ ਸਨ ਜਿੱਥੇ ਵੀ ਕਿਸੇ ਦਾ ਹੈ ਸੀ। ਤਾਂ ਸਾਬਕਾ ਘਣਸ਼ਿਆਮ ਜੀ ਇਹ ਕਹਿੰਦੇ ਸੀ ਵੀ 1 ਮਿੰਟ ਵੀ ਲੇਟ ਨਹੀਂ ਹੋਣਾ, ਜਿਹਨੇ ਲੇਟ 1 ਮਿੰਟ ਹੋ ਗਿਆ ਉਹਨੂੰ ਅੰਦਰ ਐਂਟਰੀ ਨਹੀਂ ਹੋਏਗੀ। ਹਾਲ ਇੱਕ ਬੁੱਕ ਕਰਾਇਆ ਹੋਇਆ ਸੀ ਕਾਲੀਬੜੀ, ਅਤੇ ਅਸੀਂ ਤਾਂ ਪਹਿਲਾਂ ਹੀ ਅੱਧਾ ਘੰਟਾ ਪਹਿਲਾਂ ਹੀ ਸਾਰੇ ਪੁੱਜ ਜਾਂਦੇ ਸਨ, ਪਹਿਲਾਂ ਹੀ ਬੜੇ ਅਨੁਸ਼ਾਸਨ ਸਨ ਉਹਨਾਂ ਦੇ। ਔਰ ਕੈਡਰ ਕੈਂਪ ਦੀ ਜਦੋਂ ਅਸੀਂ ਯਾਦ ਕਰਦੇ ਜਾਂ ਉਹਦੇ ਪ੍ਰਤੀ ਦੱਸਦੇ ਲੋਕਾਂ ਨੂੰ, ਜਾਂ ਦੱਸਦੇ ਰਹੇ ਅਸੀਂ ਵੀ ਅਸੀਂ ਖੁਦ ਕੈਡਰ ਲੈਂਦੇ ਰਹੇ ਜਾਂ ਪਿੰਡਾਂ 'ਚ ਅਸੀਂ ਪ੍ਰਚਾਰ ਕਰਦੇ ਰਹੇ, ਤਾਂ ਉਹ ਗੱਲ ਸਾਨੂੰ ਦੱਸਣੀ ਹੀ ਪੈਂਦੀ ਸੀ ਵੀ ਅਸੀਂ ਕਿਸ ਤਰ੍ਹਾਂ ਜੁੜੇ ਔਰ ਕਿਉਂ ਇੰਨੀ ਮਿਹਨਤ ਨਾਲ ਆਪਣੇ ਆਪ ਨੂੰ ਇੰਨਾ ਕਿਸ ਤਰ੍ਹਾਂ ਅਸੀਂ ਉਹ ਕਰਿਆ। ਉਹ ਅਸੀਂ ਉਸ ਕੈਡਰ ਕੈਂਪ ਦੀ ਗੱਲ ਕਰਦੇ ਸੀ। ਜਿਨ੍ਹਾਂ ਨੇ ਸਾਬਕਾ ਘਣਸ਼ਿਆਮ ਦਾ ਕੈਡਰ ਲੈ ਲਿਆ ਉਹ ਮਰ ਸਕਦੇ ਆ, ਪਰ ਸਾਬਕਾ ਘਣਸ਼ਿਆਮ ਜੀ ਦੀ ਆਈਡੀਓਲੋਜੀ ਨੂੰ ਛੱਡ ਨਹੀਂ ਸਕਦੇ। ਇਹ ਐਸਾ ਪ੍ਰਭਾਵ ਉਹਨਾਂ ਦਾ ਉਸ ਕੈਡਰ ਕੈਂਪ ਦਾ ਸੀ। ਔਰ ਹੈਰਾਨੀ ਹੈ ਕਿ ਸਵੇਰੇ ਉਹਨਾਂ 8 ਵਜੇ ਐਂਟਰੀ ਹੋ ਜਾਂਦੀ ਸੀ, ਔਰ ਸਾਬਕਾ ਘਣਸ਼ਿਆਮ ਜੀ ਜਿਨ੍ਹਾਂ ਦੀ ਰੂਪ ਰੇਖਾ ਇੰਨੀ ਦਿਲ ਖਿੱਚ ਸੀ
ਕਿ ਉਹ ਇੱਕ ਕੈਪਟਨ ਵਾਂਗੂ ਔਰ ਉਹਨਾਂ ਦਾ ਚਿਹਰਾ ਅੰਗਰੇਜ਼ਾਂ ਵਰਗਾ, ਉਹਨਾਂ ਦੀ ਸਿਹਤ ਕਿੱਡੀ ਤਗੜੀ। ਬੋਰਡ ਦੇ ਉੱਤੇ ਜਦੋਂ ਸਮਝਾਉਂਦੇ ਸੀ ਉਹ ਕੈਡਰ ਕੈਂਪ ਆਪਣੀਆਂ ਗੱਲ ਨੂੰ ਲਿਆਉਂਦੇ ਸੀ, ਤਾਂ ਇਹ ਦੇਖ ਲਓ ਵੀ ਅਸੀਂ ਤਾਂ ਦੇਖ ਦੇਖ ਕੇ ਹੈਰਾਨ ਹੋ ਜਾਂਦੇ ਸੀ ਵੀ ਉਹ 3-3 4-4 ਘੰਟੇ ਦੋਹਾਂ ਪੈਰਾਂ ਪਰ ਖੜ੍ਹ ਕੇ ਇੱਕ ਪਾਸੇ ਹਿਲਦੇ ਨਹੀਂ ਸੀ, ਬਸ ਲੈਕਚਰ ਹੀ ਕਰਦੇ ਰਹਿੰਦੇ ਸੀ। ਹਾਂ, ਉਹਨਾਂ ਨੇ ਆਪਣੇ ਲੈਕਚਰ ਨੋਟ ਕਰਨੇ ਖਾਤਰ ਸਾਨੂੰ ਸਾਰਿਆਂ ਨੂੰ ਕਿਤਾਬ 'ਚ ਦਿੱਤੇ ਹੋਏ ਸਨ ਵੀ ਤੁਹਾਨੂੰ ਕੋਈ ਗੱਲ ਚੰਗੀ ਲੱਗਦੀ ਹੈ ਤਾਂ ਤੁਸੀਂ ਆਪਣੀ ਨੋਟ ਰੱਖਣੀ ਹੈ, ਕਰਨੀ ਹੈ। ਕੋਈ ਚੰਗੀ ਕਿਹਾ ਉਹਨਾਂ ਦੀ ਜੋ ਵੀ ਮੂੰਹ 'ਤੇ ਬੋਲਦੇ ਸਨ ਉਹ ਸਾਰੀਆਂ ਲਿਖਣ ਵਾਲੀਆਂ ਗੱਲਾਂ ਹੁੰਦੀਆਂ ਸਨ। ਔਰ ਅਸੀਂ ਤਾਂ ਹੈਰਾਨ ਹੋ ਗਏ ਵੀ ਇੰਨਾ ਤੇਜ਼ ਦਿਮਾਗ ਉਸ ਕੈਡਰ ਕੈਂਪ 'ਚ, ਜਦ ਕਿ ਉਹ ਅਜੇ ਸ਼ੁਰੂਆਤ ਸੀ। ਸਿਰਫ ਇਹ ਕਿ ਜਿਹੜੇ ਸਰਕਾਰੀ ਮੁਲਾਜ਼ਮ ਹੈ ਔਰ ਜਿਨ੍ਹਾਂ ਨੂੰ ਮੁਲਾਜ਼ਮਤ ਜਿਹੜੀ ਹੈ, ਜਿਨ੍ਹਾਂ ਨੂੰ ਨੌਕਰੀ ਜਿਹੜੀ ਹੈ ਉਹ ਅੰਬੇਡਕਰ ਦੇ ਕਰਕੇ ਮਿਲੀ ਹੈ, ਰਿਜ਼ਰਵੇਸ਼ਨ ਕਰਕੇ, ਔਰ ਉਹ ਆਪਣੀ ਸਮਾਜ ਵਿੱਚ ਚੰਗੀ ਰੋਟੀ ਖਾਣ ਲੱਗ ਗਏ ਹੈ, ਉਹਨਾਂ ਦੀ ਬੁੱਧੀ ਨੂੰ ਇਸ ਤਰ੍ਹਾਂ ਉਹਨਾਂ ਨੇ ਸਮਝਾ ਕੇ ਤਿਆਰ ਕਰ ਲਿਆ ਵੀ ਤੁਸੀਂ ਫਾਰ ਬੈਕ ਟੂ ਅਵਰ ਸੁਸਾਇਟੀ ਜਿਹੜੀ ਹੈ, ਤੁਸੀਂ ਆਪਣੀ ਸਮਾਜ ਖਾਤਰ ਤੁਹਾਡੀ ਕਿਆ ਦੇਣ ਹੈ, ਅੰਬੇਡਕਰ ਲਈ ਤੁਹਾਡੀ ਕਿਆ ਦੇਣ ਹੈ, ਔਰ ਤੁਹਾਡੀ ਨੌਕਰੀ ਦਾ ਤੁਹਾਡੇ ਪਰਿਵਾਰ ਨੂੰ, ਤੁਹਾਡੀ ਸਮਾਜ ਨੂੰ ਕਿਆ ਫਾਇਦਾ ਹੈ, ਔਰ ਜਿਹਦੇ ਕਰਕੇ ਤੁਹਾਨੂੰ ਨੌਕਰੀ ਮਿਲੀ ਹੈ ਉਹਦੇ ਖਾਤਰ ਤੁਸੀਂ ਕਿਆ ਦੇ ਸਕਦੇ ਹੈ। ਤਾਂ ਇਸ ਤਰ੍ਹਾਂ ਉਹਨਾਂ ਨੇ ਇੰਨਾ ਤਿਆਰ ਕਰ ਲਏ। ਔਰ ਉਹ ਉਦੋਂ ਇਹ ਗੱਲ ਕਹੀ ਕਰਦੇ ਸੀ ਵੀ ਅੱਜ ਤੁਸੀਂ ਸ਼ਾਇਦ ਇਹ ਸੋਚਦੇ ਆ ਵੀ ਜੋ ਘਣਸ਼ਿਆਮ ਜੀ ਕਹਿੰਦਾ ਉਹ ਇੱਕ ਸ਼ੇਖ ਚਲੀ ਦੀਆਂ ਗੱਲਾਂ, ਤੁਸੀਂ ਹੈਰਾਨ ਹੋ ਜਾਓਗੇ। ਆਪ ਕਹਿੰਦੇ ਸਨ ਉਹ ਵੀ ਉਰੇ ਜਾਣ ਤੋਂ ਬਾਅਦ, ਕਿਉਂਕਿ ਉਦੋਂ 1-2 ਮਹੀਨੇ ਬਾਅਦ ਪੰਜਾਬ 'ਚ ਪੰਚਾਇਤਾਂ ਦੇ ਇਲੈਕਸ਼ਨ ਸਨ, ਇੰਨਾ ਮੈਨੂੰ ਯਾਦ ਹੈ। ਉਹਨਾਂ ਨੇ ਉੱਥੇ ਸਾਨੂੰ ਕਿਹਾ ਵੀ ਹੁਣ ਤੁਸੀਂ ਜਾ ਕੇ ਇਹ ਕਰਨਾ ਵੀ ਆਪਣੀ ਸਮਾਜ ਨੂੰ ਇਹ ਸਮਝਾਉਣਾ, ਹਾਰੀਏ ਚਾਹੇ ਜਿੱਤੀਏ, ਇਲੈਕਸ਼ਨ ਲੜਨਾ, ਡਰਨਾ ਨਹੀਂ। ਉਦੋਂ ਸਾਡੀ ਸਮਾਜ ਐਂ ਡਰਦੀ ਸੀ ਵੀ ਅਸੀਂ ਸਰਪੰਚੀ ਲਈ ਵੀ ਨਹੀਂ ਸੀ ਖੜ ਸਕਦੇ, ਪੰਚੀ ਲਈ ਵੀ ਨਹੀਂ ਖੜ ਸਕਦੇ ਸਨ। ਕੋਆਪਰੇਟਿਵ ਕਰ ਲਿਆ ਕਰਦੇ ਸਨ ਵੀ ਇੱਕ ਪੰਚ ਬਣਨਾ ਜੀ, ਇਹਨਾਂ ਦਾ ਫਲਾਣੇ ਬਣਾ ਦਿਓ। ਤਾਂ ਸਾਹਿਬ ਘਣਸ਼ਿਆਮ ਜੀ ਨੇ ਇੰਨੀ ਵਿਸਤ੍ਰਿਤ ਜਾਣਕਾਰੀ 5 ਦਿਨਾਂ 'ਚ ਦਿੱਤੀ, ਧਾਰਮਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ ਔਰ ਸਮਾਜਿਕ ਤੌਰ 'ਤੇ ਵੀ। ਈਵਨ ਉਹਨਾਂ ਇਹ ਗੱਲਾਂ ਵੀ ਸਾਨੂੰ ਦੱਸਤੀਆਂ ਕਿ 20 ਸਾਲ ਤੋਂ ਬਾਅਦ ਕਿਆ ਹੋਏਗਾ, 30 ਸਾਲ ਤੋਂ ਬਾਅਦ ਕਿਆ ਹੋਏਗਾ, 40 ਸਾਲ ਤੋਂ ਬਾਅਦ ਕਿਆ ਹੋਏਗਾ। ਈਵਨ ਹਿੰਦੁਸਤਾਨ 'ਚ ਹੀ ਨਹੀਂ ਬਲਕਿ ਬਾਹਰਲੇ ਦੇਸ਼ਾਂ ਦੀ ਸਾਰੀਆਂ ਕੰਟਰੀਆਂ 'ਚ। ਔਰ ਮੈਂ ਤਾਂ ਹੈਰਾਨ ਹੈ ਇਹ ਦੇਖ ਕੇ ਕਿ ਜੋ ਸਾਹਿਬ ਘਣਸ਼ਿਆਮ ਨੇ ਸ਼ਿਮਲੇ ਵਿਖੇ ਸਾਨੂੰ ਪੂਰੀ ਦੁਨੀਆ ਦੀ ਰਾਜਨੀਤਿਕ ਉਤਲ-ਫੁਤਲ ਦੀ ਜਿਹੜੀ ਜਾਣਕਾਰੀ ਦਿੱਤੀ ਹੈ, ਉਹ ਸਾਰੀ ਦੀ ਸਾਰੀ ਸੱਚ ਸਾਬਤ ਹੁੰਦੀ ਰਹੀ ਹੈ। ਚਾਹੇ ਉਹ ਰੂਸ ਵਿੱਚ ਹੋਈ ਹੈ, ਚਾਹੇ ਉਹ ਬਾਹਰਲੇ ਕੰਟਰੀ 'ਚ ਹੋਈ ਹੈ, ਚਾਹੇ ਉਹ ਅਮਰੀਕਾ 'ਚ ਹੋਈ ਹੈ, ਹੋਰ ਪਾਸੇ ਸਾਰੇ ਦੇਸ਼ਾਂ 'ਚ ਹੋਈ ਹੈ। ਤਾਂ ਉਹ ਇਹ ਕਰਦੇ ਸਨ ਇੱਕ ਗੱਲ, ਕਿਉਂਕਿ ਉਦੋਂ ਇਹ ਸੀ ਵੀ ਸ਼ਾਇਦ ਇਸ ਦੇਸ਼ 'ਚੋਂ, ਭਾਰਤ ਦੇਸ਼ 'ਚੋਂ ਕਾਂਗਰਸ ਜਿਹੜੀ ਹੈ ਉਹ ਕਦੇ ਵੀ ਇਹਦਾ ਰਾਜ ਜਾਣਾ ਨਹੀਂ ਹੈ। ਪਰ ਉਹ ਇਹ ਕਰਦੇ ਸਨ ਨਹੀਂ, ਬੜੀ ਛੇਤੀ ਤੁਸੀਂ ਦੇਖੋਗੇ ਕਾਂਗਰਸ ਦਾ ਨਾਂ ਥੇ ਵੀ ਨਹੀਂ ਰਹੇਗਾ। ਇੱਕ ਗੱਲ ਮੈਨੂੰ ਕਹਿਣ 'ਚ ਹਿਚਕਚਾਹਟ ਨਹੀਂ ਹੈ, ਔਰ ਬਹੁਤ ਵਾਰ ਮੈਂ ਇਹ ਜਦੋਂ ਮੈਨੂੰ ਕਿਤੇ ਮੌਕਾ ਮਿਲਦਾ ਰਿਹਾ ਅਸੀਂ ਕਹਿੰਦੇ ਵੀ ਰਹੇ ਹੈ, ਆਪਣੇ ਲੋਕਾਂ ਨੂੰ ਸਮਝਾਉਂਦੇ ਵੀ ਰਹੇ ਹੈ, ਔਰ ਹੁਣ ਵੀ ਬੜੀਆਂ ਸਟੇਜਾਂ 'ਤੇ ਅਸੀਂ ਗੱਲ ਕਰ ਦਿੰਦੇ ਆ। ਇੱਕ ਗੱਲ ਉਹ ਕਹਿੰਦੇ ਸਨ ਕਿ ਇਸ ਦੇਸ਼ ਅੰਦਰ ਇੱਕ BSP ਰਹੇਗੀ, ਇੱਕ BJP ਰਹੇਗੀ, ਕਾਂਗਰਸ ਦਾ ਇਸ ਦੇਸ਼ 'ਚੋਂ ਸਫਾਇਆ ਹੋ ਜਾਊਗਾ। ਤਾਂ ਉਦੋਂ ਹੱਸਦੇ ਵੀ ਸੀ ਵੀ ਤੁਹਾਨੂੰ ਇਹ ਸ਼ੇਖ ਚਲੀ ਦੀਆਂ ਗੱਲਾਂ ਲੱਗੂਗੀਆਂ, ਪਰ ਤੁਸੀਂ ਯਾਦ ਕਰੋਗੇ ਵੀ ਜੋ ਮੈਂ ਕਹਿੰਦਾ ਉਹ
ਉਸੇ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਮੈਂ ਕਹਿੰਦਾ। ਇਹ ਮੈਨੂੰ ਪਤਾ ਵੀ ਇਹ ਕਿਵੇਂ ਕਿਆ ਹੋਣਾ ਕਿਆ ਨਹੀਂ ਹੋਣਾ। ਤੁਸੀਂ ਜੇ ਤੁਸੀਂ ਮੇਰੇ ਕਹਿਣੇ ਚੱਲਦੇ ਆ ਤਾਂ ਤੁਸੀਂ ਬਹੁਤ ਬੜਾ ਸਹਿਯੋਗ ਮੇਰੇ ਵਿਚਾਰਾਂ ਨੂੰ ਸਾਕਾਰ ਕਰਨ ਵਿੱਚ ਦਿਓਗੇ। ਔਰ ਉਹਨਾਂ ਨੇ ਸਾਹਿਬ ਕਾਂਸ਼ੀ ਰਾਮ ਜੀ ਦੀ ਦੇਣ ਜਿਹੜੀ ਹੈ, ਉਸ ਤੋਂ ਬਾਅਦ ਇਹ ਕਹਿ ਲਓ ਵੀ ਮੈਂ ਆਉਂਦਿਆਂ ਹੀ ਜਿਹੜੀਆਂ ਗੱਲਾਂ ਉਹਨਾਂ ਨੇ ਸਮਝਾਈਆਂ ਤੀਆਂ, ਅਸੀਂ ਵੀ ਜਿਹੜੇ ਪੜ੍ਹੇ ਲਿਖੇ ਮੁਲਾਜ਼ਮ ਤੇ ਉਹਨਾਂ ਨੂੰ 5-4 ਦਿਨ 'ਚ ਸਾਰਿਆਂ ਕੋਲ ਜਾ ਕੇ ਕੋਈ 20-30 ਕਿਲੋਮੀਟਰ ਦੇ ਅੰਦਰ ਅੰਦਰ ਮੈਂ ਖੁਦ ਹਰੇਕ ਦੀ ਸਾਨੂੰ ਸਮਝਾਇਆ ਗਿਆ ਸੀ ਵੀ ਇਸ ਤਰ੍ਹਾਂ ਨਹੀਂ ਕੈਡਰਿੰਗ ਕੰਮ ਦੇਣਾ, ਇੰਟਰਵਿਊ ਲੈਣੀ ਹੈ। ਤਾਂ ਇੰਟਰਵਿਊ ਦੇ ਕੁਛ ਕੁਐਸਚਨ ਹੁੰਦੇ ਸਨ, ਉਹ ਵੀ ਸਾਨੂੰ ਦੱਸੇ ਹੋਏ ਤੇ ਵੀ ਆਹ ਕੁਐਸਚਨ ਪੁੱਛਣਾ ਅਤੇ ਇਹਦੇ ਵਿੱਚ ਅਗਰ ਇਹ ਆਹ ਜਵਾਬ ਦਿੰਦੇ ਆ ਤਾਂ ਤੁਸੀਂ ਉਹਨਾਂ ਨੂੰ ਕੈਡਰ ਕੈਂਪ ਦੇਣਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼ਿਮਲੇ ਦੇ ਆਉਣ ਤੋਂ ਬਾਅਦ ਫੌਰਨ ਛੇਤੀ ਹੀ ਮੈਂ ਭਰਤਗੜ੍ਹ ਵਿਖੇ ਉਸੇ ਗੁਰਦੁਆਰੇ ਅੰਦਰ ਜਿੱਥੇ ਜਿਹੜਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਦਾਦਾ ਜੀ ਦੀ ਦੇਣ ਹੈ, ਉਹਨਾਂ ਨੇ ਬਣਾਇਆ ਸੀ, ਉਹਦੇ ਵਿੱਚ 3 ਦਿਨ ਦਾ ਕੈਡਰ ਕੈਂਪ ਜਿਹੜਾ ਹੈ ਉਹ ਮੈਂ ਲਵਾਇਆ। ਉਹਨੂੰ ਕੰਟੈਕਟ ਕਰਨ ਲਈ ਰਾਜਾ ਰਾਮ ਸਿਆਣ ਜੀ ਜਿਹੜੇ ਕਾਫੀ ਸਰਗਰਮ ਰਹੇ ਆ ਔਰ ਵਿਦਵਾਨ ਸੀ, ਉਹਨਾਂ ਦੇ ਰਾਹੀਂ ਇਹ ਦਵਾਇਆ ਸੀ। ਔਰ ਉਸ ਤੋਂ ਅੱਗੇ ਫਿਰ ਇਹ ਕੰਮ ਜਿਹੜਾ ਹੈ ਰੋਪੜ ਜ਼ਿਲ੍ਹੇ 'ਚ ਹੀ ਨਹੀਂ ਸਾਰੇ ਪੰਜਾਬ 'ਚ ਚੱਲਦਾ ਰਿਹਾ। ਔਰ ਇੱਕ ਗੱਲ ਜਿਹੜੀ ਸਾਹਿਬ ਕਾਂਸ਼ੀ ਰਾਮ ਜੀ ਸ਼ਿਮਲੇ ਨੇ ਕਿਹਾ ਸੀ ਵੀ ਹੁਣ ਬਈ ਤੁਸੀਂ ਐਂ ਕਰਨਾ, ਇਲੈਕਸ਼ਨ ਲੜਨੇ ਆ ਪੰਚਾਂ ਔਰ ਸਰਪੰਚਾਂ ਦੇ, ਇਹਦਾ ਰਿਜ਼ਲਟ ਬਹੁਤ ਵਧੀਆ ਨਿਕਲੇਗਾ, ਡਰਿਓ ਨਾ। ਤਾਂ ਅਸੀਂ ਜਿੰਨੇ ਵੀ ਉੱਥੋਂ ਆਏ ਪੰਜਾਬ ਦੇ, ਅਸੀਂ ਪਿੰਡ ਪਿੰਡ ਜਾ ਕੇ ਰਾਤ ਨੂੰ ਵਿਹੜਾ ਮੀਟਿੰਗਾਂ ਲੈ ਕੇ, ਕਿਉਂਕਿ ਦਿਨੋਂ ਤਾਂ ਅਸੀਂ ਜਾ ਨਹੀਂ ਸੀ ਸਕਦੇ, ਨੌਕਰੀਆਂ ਵਾਲੇ ਸੀ ਸਾਰੇ, ਤਾਂ ਰਾਤਾਂ ਨੂੰ ਉਹੀ ਵਿਹੜਾ ਮੀਟਿੰਗਾਂ ਹੁੰਦੀਆਂ ਸੀ ਬੜੀਆਂ ਲੰਬੀਆਂ, ਕਿਉਂਕਿ ਗੱਲਾਂ ਇਹੀਆਂ ਜਿਹੀਆਂ ਸਨ, ਲੋਕ 4-4 ਘੰਟੇ ਸੁਣਦੇ ਰਹਿੰਦੇ ਸਨ। ਨਵੀਆਂ ਗੱਲਾਂ ਸੀ ਉਹਨਾਂ ਲਈ, ਉਹਨਾਂ ਦੇ ਹਿੱਤ ਦੀਆਂ ਗੱਲਾਂ ਸੀ, ਉਹਨਾਂ ਦੇ ਬੱਚਿਆਂ ਦੇ ਹਿੱਤ ਦੀਆਂ ਗੱਲਾਂ ਸੀ। ਤਾਂ ਇਸ ਕਰਕੇ ਉਹਦਾ ਰਿਜ਼ਲਟ ਇਹ ਹੋਇਆ, ਲਗਭਗ ਸਾਰੀਆਂ ਪੰਚਾਇਤਾਂ ਦੇ ਪੰਚ ਤਾਂ ਅਸੀਂ ਜਿੱਤ ਹੀ ਜਾਣਾ ਸੀ। ਦੁਆਬੇ ਅੰਦਰ ਉਦੋਂ ਦੁਆਬੇ ਅੰਦਰ 200 ਸਰਪੰਚ ਜਿਹੜਾ ਹੈ ਉਹ ਬਾਮਸੈਫ ਦੀ ਲਹਿਰ ਦੇ ਮੁਤਾਬਕ ਹੈ, ਜੋ ਕਾਂਸ਼ੀ ਰਾਮ ਨੇ ਸਮਝਾਇਆ ਸੀ ਉਹ ਸਮਝਾਉਣ ਦੇ ਮੁਤਾਬਕ ਦੁਆਬੇ 'ਚੋਂ 200 ਪਿੰਡਾਂ ਦੇ ਸਰਪੰਚ ਜਿਹੜੇ ਉਦੋਂ ਜਿੱਤ ਕੇ ਆਏ ਸੀ। ਉਦੋਂ ਤੋਂ ਬਾਅਦ ਤਾਂ ਫਿਰ ਲੋਕਾਂ 'ਚ ਹੌਸਲਾ ਹੀ ਬਹੁਤ ਹੋ ਗਿਆ। ਅਤੇ ਇਹ ਛੋਟੀ ਜਾਣਕਾਰੀ ਜਿਹੜੀ ਹੈ ਉਹ ਸ਼ਿਮਲੇ ਦੇ ਕੈਡਰ ਕੈਂਪ ਦੀ 5 ਦਿਨਾਂ ਦੇ ਕੈਡਰ ਕੈਂਪ ਦੀ ਹੈ ਸੀ। ਮਾਸਟਰ ਜੀ, ਜਦੋਂ 1982 ਵਿੱਚ ਸਤੰਬਰ 1982 ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ ਫਾਦਰ ਸਾਹਿਬ ਦਾ ਦੇਹਾਂਤ ਹੋ ਗਿਆ, ਪਰ ਉਹ ਪੰਜਾਬ ਵਿੱਚ ਹੋਣ ਦੇ ਬਾਵਜੂਦ ਵੀ ਸਾਹਿਬ ਸੰਸਕਾਰ 'ਤੇ ਨਹੀਂ ਆਏ। ਪਰ ਉਸ ਤੋਂ ਬਾਅਦ ਪਰਿਵਾਰ ਵੱਲੋਂ ਤੁਹਾਡੀ ਡਿਊਟੀ ਲਾਈ ਗਈ ਕਿ ਘੱਟੋ ਘੱਟ ਸਾਹਿਬ ਨੂੰ ਆਖੋ ਕਿ ਉਹ ਭੋਗ 'ਤੇ ਧਾਉਣ। ਉਹ ਸਾਰੀ ਕਹਾਣੀ ਜ਼ਰੂਰ ਸ਼ੇਅਰ ਕਰੋ। ਹਾਂ, ਇਹ ਸਾਹਿਬ ਦੀ ਜ਼ਿੰਦਗੀ ਦੀਆਂ ਕੁਛ ਇੰਨੀਆਂ ਗੱਲਾਂ ਹੈ ਜਿਹੜੀਆਂ ਬੜੀਆਂ ਹੈਰਾਨ ਕਰਨ ਵਾਲੀਆਂ। ਉਹਨਾਂ 'ਚੋਂ ਇੱਕ ਗੱਲ ਇਹ ਹੈ ਕਿ ਜਦੋਂ ਜਲੰਧਰ ਵਿਖੇ ਇੱਕ ਪੰਜਾਬ ਲੈਵਲ ਦੀ ਵੱਡੀ ਕਾਨਫਰੰਸ ਬੂਟਾ ਮੰਡੀ 'ਚ ਰੱਖੀ ਗਈ, ਉਹਦੇ ਵਿੱਚ ਮੈਂ ਤਾਂ ਵੈਸੇ ਜਿੰਨੀ ਵਾਰ ਵੀ ਜਿੱਥੇ ਬੁਲਾਉਂਦੇ ਸੀ ਘੱਟੋ ਘੱਟ 200 ਬੰਦਾ ਮੈਂ ਲੈ ਕੇ ਜਾਇਆ ਕਰਦੇ ਸੀ ਟਰੱਕ ਦੇ ਉੱਤੇ, ਵਿੱਚ ਲੇਡੀਜ਼ ਹੁੰਦੀਆਂ ਸਨ। ਤਾਂ ਉਦੋਂ ਫਿਰ ਮੈਂ ਆਪਣੇ ਏਰੀਏ 'ਚੋਂ ਇਹ ਕਹਿ ਲਓ ਰੋਪੜ 'ਚੋਂ ਕਈਆਂ ਦੀ ਡਿਊਟੀ ਲਾਈ ਵੀ ਤੁਸੀਂ ਇੱਕ ਟਰੱਕ ਜ਼ਰੂਰ ਭਰ ਕੇ ਲੈ ਜਾਣਾ। ਤਾਂ ਉਦੋਂ ਖਾਸਪੁਰੇ ਦੇ ਪਿੰਡਾਂ 'ਚੋਂ ਵੀ, ਖਾਸਪੁਰੇ ਦੇ ਨੇੜੇ 'ਚੋਂ ਉੱਥੋਂ ਵੀ ਇੱਕ ਗੱਡੀ ਟਰੱਕ ਗਿਆ। ਤਾਂ ਪੰਜਾਬ 'ਚੋਂ ਐਡੀ ਵੱਡੀ ਗਿਣਤੀ 'ਚ ਲੋਕ ਜਿਹੜੇ ਹੈ ਉਤਸ਼ਾਹਿਤ ਹੋਏ ਔਰ ਜਲੰਧਰ ਕਾਨਫਰੰਸ 'ਚ ਪੁੱਜੇ। ਉਹਨੂੰ ਦੇਖ ਕੇ ਕਾਂਸ਼ੀ ਰਾਮ ਜੀ ਦੇ ਫਾਦਰ ਸਾਹਿਬ ਹਰੀ ਸਿੰਘ ਜੀ ਔਰ ਮਾਤਾ ਜੀ ਸਾਡੀ ਮਾਮੀ ਜੀ ਬਿਸ਼ਨ ਕੌਰ, ਉਹਨਾਂ ਨੂੰ ਇੰਨੀ ਖੁਸ਼ੀ ਹੋਈ ਵੀ ਹੈਂ
ਕਿਉਂਕਿ ਉਹਨਾਂ ਨੇ ਵੀ ਪਹਿਲੀ ਵੇਰ ਹੀ ਉਦੋਂ ਦਰਸ਼ਨ ਕਰਨੇ ਸੀ ਘਨਸ਼ਿਆਮ ਦੇ। ਵੱਡੀ ਗੱਲ ਹੈ ਇਹ, ਉਦੋਂ ਉਹਨਾਂ ਨੇ ਵੀ ਪਹਿਲੀ ਵਾਰ ਦਰਸ਼ਨ ਕਰਨੇ ਸਨ। ਔਰ ਉਹ ਇਹ ਦੇਖ ਕੇ ਹੈਰਾਨ ਵੀ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਪੰਜਾਬ ਤੇ ਸਾਰੇ ਪੰਜਾਬ ਤੋਂ ਉਹਨਾਂ ਨੂੰ ਸੁਣਨ, ਉਹਨਾਂ ਨੂੰ ਦੇਖਣ ਆ ਰਹੇ ਹੈ। ਇਸ ਦੀ ਖੁਸ਼ੀ ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਦੇ ਮਾਂ ਬਾਪ ਨੂੰ, ਸਾਹਿਬ ਘਨਸ਼ਿਆਮ ਦੇ ਮਾਂ ਬਾਪ ਨੂੰ ਬਹੁਤ ਜ਼ਿਆਦਾ ਹੋਈ। ਔਰ ਇੰਨੀ ਜ਼ਿਆਦਾ ਹੋਈ ਵੀ ਉਹਨਾਂ ਦੇ ਫਾਦਰ ਜੀ ਖੁਸ਼ੀ ਨੂੰ ਸਹਿਣ ਨਾ ਕਰ ਸਕੇ। ਪੋਸੀਬਿਲਿਟੀ ਹੈ ਹਾਰਟ ਅਟੈਕ ਹੋ ਗਿਆ ਔਰ ਉਸ ਰਾਤ ਨੂੰ ਉਹ ਚਲਾਣਾ ਕਰ ਗਏ ਹਰੀ ਸਿੰਘ ਜੀ। ਤਾਂ ਜਦੋਂ ਇਹ ਖਬਰ ਸਾਰੇ ਪਾਸੇ ਗਈ, ਸਾਰੇ ਰਿਸ਼ਤੇਦਾਰ ਨੇ ਜੁੜਨਾ ਸੀ। ਸਾਹਿਬ ਅਜੇ ਜਲੰਧਰ ਹੀ ਸੀ। ਅਪਰੋਚ ਕੀਤਾ ਗਿਆ, ਸਾਹਿਬ ਸੰਸਕਾਰ 'ਤੇ ਆਉਣਾ ਨਾ ਮੰਨੇ। ਤਾਂ ਮੈਂ ਤਾਂ ਨਹੀਂ ਸੀ ਗਿਆ ਜਲੰਧਰ, ਪਰ ਫਿਰ ਪਤਾ ਲੱਗਿਆ ਵੀ ਉਹ ਨਹੀਂ ਮੰਨੇ। ਉਹ ਕਹਿੰਦੇ ਵੀ ਨਹੀਂ, ਮੈਂ ਨਹੀਂ ਆਉਣਾ ਹੈ, ਮੇਰੇ ਕੋਈ ਪਲੈਜ ਹੈ, ਮੇਰੇ ਕੋਈ ਪਰਨ ਕੀਤੇ ਹੋਏ ਆ, ਮੈਂ ਘਰ 'ਚ ਨਹੀਂ ਆਉਣਾ। ਉਸ ਤੋਂ ਬਾਅਦ ਭੋਗ ਦੀ ਤਰੀਕ ਨਿਯੁਕਤ ਹੋਈ। ਹੁਣ ਭੋਗ ਲਈ ਰੋਪੜ ਜ਼ਿਲ੍ਹੇ 'ਚੋਂ ਹੀ ਨਹੀਂ ਬਲਕਿ ਦੁਆਬੇ ਦੀ ਸੰਗਤ, ਦੁਆਬੇ ਦੇ ਲੋਕ ਜ਼ਿਆਦਾ ਜੁੜੇ ਹੈ, ਜ਼ਿਆਦਾ ਗਿਣਤੀ 'ਚ ਜੁੜੇ ਹੈ, ਤਹਿ ਦਿਲੋਂ ਜੁੜੇ ਹੈ। ਉਹਨਾਂ ਦੀ ਗਿਣਤੀ ਭੋਗ ਦੇ ਉੱਤੇ ਕਾਫੀ ਹੋਈ ਹੈ। ਤਾਂ ਸਾਹਿਬ ਨੂੰ ਅਪਰੋਚ ਕੀਤਾ ਗਿਆ, ਉਹ ਨਾ ਮੰਨੇ ਵੀ ਨਹੀਂ, ਮੈਂ ਭੋਗ 'ਤੇ ਵੀ ਨਹੀਂ ਆ ਸਕਦਾ ਕਿਉਂਕਿ ਮੈਂ ਪਰਨ ਕੀਤਾ ਹੋਇਆ, ਮੈਂ ਘਰ ਨਹੀਂ ਪੈਰ ਪਾਉਣਾ ਹੈ। ਤਾਂ ਸਾਡੀ ਮਾਮੀ, ਉਹਨਾਂ ਦੇ ਮਾਤਾ ਜੀ ਵਿਸ਼ਨ ਕੌਰ ਜੀ ਨੇ ਇਹ ਸੋਚ ਕੇ ਵੀ ਭਰਤਗੜ੍ਹ ਮਾਸਟਰ ਉਹਨੂੰ ਕਹੋ, ਕਿਉਂਕਿ ਸਭ ਤੋਂ ਪਹਿਲਾਂ ਘਨਸ਼ਿਆਮ ਜੀ ਨੇ ਉਸੇ ਨੂੰ ਅਪਰੋਚ ਕੀਤਾ, ਉਸੇ ਨੂੰ ਤੋਰਿਆ, ਉਸੇ ਨੂੰ ਸਮਝਾਇਆ, ਉਸ ਨੂੰ ਅੱਗੇ ਰੱਖਿਆ ਵੀ ਉਹਨੂੰ ਕਹੋ ਵੀ ਉਹ ਕਿਸੇ ਵੀ ਢੰਗ ਨਾਲ ਜਿਹੜਾ ਹੈ ਉਹ ਕੁਛ ਨਾ ਕੁਛ ਜ਼ਰੂਰ ਕਰੂਗਾ ਵੀ। ਤਾਂ ਮੈਨੂੰ ਅਪਰੋਚ ਕੀਤਾ ਗਿਆ, ਮੈਂ ਬਿਲਕੁਲ ਸੋਚਿਆ ਬਿਲਕੁਲ ਜਾਣਾ ਚਾਹੀਦਾ। ਉਹ ਚੰਡੀਗੜ੍ਹ ਸਨ, ਤਾਂ ਤੇਜਿੰਦਰ ਝੱਲੀ ਨੂੰ ਉਹ ਮੈਨੂੰ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਸਨ। ਤਾਂ ਭਾਵੇਂ ਸਾਹਿਬ ਘਨਸ਼ਿਆਮ ਜੀ ਨਾਲ ਕੋਈ ਵੀ ਵਰਕਰ ਜਿਹੜਾ ਹੈ ਉਹ ਖੁੱਲ੍ਹ ਕੇ ਗੱਲ ਕਰਨ ਨੂੰ ਝਿਜਕਿਆ ਕਰਦੇ ਸਨ। ਉਹਨਾਂ ਦਾ ਇੰਨਾ ਡਰ ਹੈ ਸੀ, ਇੰਨਾ ਉਹਨਾਂ ਦਾ ਅਦਬ ਸਤਿਕਾਰ ਸੀ ਵੀ ਉਹਨਾਂ ਦੇ ਮੂਹਰੇ ਕੋਈ ਗੱਲ ਕਰਨ ਨੂੰ, ਸਵਾਲ ਪੁੱਛਣ ਨੂੰ, ਕੋਈ ਗੱਲ ਕਹਿਣ ਨੂੰ ਨਹੀਂ ਸੀ ਕੋਈ ਵੀ ਮੰਨਿਆ ਕਰਦਾ। ਤਾਂ ਮੈਂ ਜਾ ਕੇ ਸਭ ਨੂੰ ਬੇਨਤੀ ਕਰੀ, ਜਿਵੇਂ ਕਿਵੇਂ ਵੀ ਹੈ, ਹੋ ਸਕਦਾ ਮੈਂ ਆਪਣੇ ਢੰਗ ਨਾਲ, ਪਰਿਵਾਰਕ ਢੰਗ ਨਾਲ, ਸਮਾਜਿਕ ਢੰਗ ਨਾਲ ਵੀ ਚਾਰ ਗੱਲਾਂ ਕਰੀਆਂ ਹੋਣਗੀਆਂ ਸਾਹਿਬ ਨਾਲ। ਉਹ ਫਿਰ ਇੱਕ ਸ਼ਰਤ 'ਤੇ ਮੰਨੇ, ਇੱਕ ਸ਼ਰਤ 'ਤੇ ਮੰਨੇ ਵੀ ਦੇਖੋ ਮੈਂ ਘਰ ਨਹੀਂ ਪੈਰ ਪਾਉਣਾ, ਮੈਂ ਘਰ ਨਹੀਂ ਜਾਣਾ, ਮੈਂ ਪਰਨ ਕੀਤਾ ਹੋਇਆ, ਮੈਂ ਸਾਰੀ ਉਮਰ ਹੀ ਘਰ ਨਹੀਂ ਜਾਣਾ। ਵੀ ਤੁਸੀਂ ਐਂ ਕਰੋ, ਪਿੰਡ ਤੋਂ ਬਾਹਰ ਜੋ ਵੀ ਤੁਸੀਂ ਭੋਗ ਪਾਉਣਾ ਹੈ, ਜੋ ਵੀ ਤੁਹਾਡੀ ਧਾਰਮਿਕ ਮਰਿਆਦਾ ਹੈ ਉਹ ਤੁਸੀਂ ਕਰ ਲਓ। ਪਿੰਡ ਤੋਂ ਬਾਹਰ ਮੈਂ ਆ ਜਾਊਗਾ, ਪਿੰਡ 'ਚ ਮੈਂ ਜਾਣਾ ਨਹੀਂ, ਘਰ ਮੈਂ ਜਾਣਾ ਨਹੀਂ। ਮੈਂ ਆ ਕੇ ਫਿਰ ਸਾਰੀ ਗੱਲ ਮਾਮੀ ਨਾਲ ਗੱਲ ਕੀਤੀ। ਮਾਮੀ ਨੂੰ ਤਾਂ ਇਹ ਸੀ ਵੀ ਬਸ ਜੋ ਤੈਂ ਕਰਨਾ ਤੂੰ ਕਰ ਦੇ। ਫਿਰ ਅਸੀਂ ਜਿਹੜੀ ਬਾਮਸਿਫ ਦੀ ਯੂਨਿਟ ਤੀ ਰੋਪੜ ਦੀ, ਤਾਂ ਉਹਨਾਂ ਨੂੰ ਅਸੀਂ ਸਿਰਫ 5-4 ਜਣੇ ਸੀ ਜ਼ਿੰਮੇਵਾਰ, 5-4 ਜਣੇ ਸੀ ਸਿਰਫ। ਤਾਂ ਉਹ ਗੱਲ ਕਰੀਏ ਵੀ ਅੱਦਾ ਆ ਗੱਲ ਹੈ। ਉਹ ਕਹਿੰਦੇ ਫਿਰ ਅਸੀਂ ਲੈਣ ਦੇ ਉਰਲੇ ਪਾਸੇ ਖੇਤਾਂ 'ਚ, ਪਿੰਡ ਤੋਂ ਬਾਹਰ, ਉਹ ਰੇਲਵੇ ਲਾਈਨ ਤੋਂ ਬਾਹਰਲੇ ਪਾਸੇ, ਪਿੰਡ ਤੋਂ ਬਾਹਰ ਇੱਕ ਖੇਤ ਵਿੱਚ
ਅਸੀਂ ਟੈਂਟ ਲਾ ਕੇ ਉੱਥੇ ਇੰਤਜ਼ਾਮ ਕਰਿਆ ਭੋਗ ਦਾ। ਅਤੇ ਸਾਹਿਬ ਫਿਰ ਉੱਥੇ ਆਏ, ਭਾਵੇਂ ਸਾਰੇ ਲੋਕਾਂ ਨੇ ਕਿਹਾ ਘਰ ਜਾਣ ਨੂੰ, ਪਰ ਉਹ ਨਾ ਮੰਨੇ। ਉਹਨਾਂ ਦੀ ਕੋਈ ਆਪਣੀ ਜੋ ਵੀ ਸੋਚਣੀ ਹੈ ਸੀ, ਉਹ ਨਹੀਂ ਸੀ ਆਏ ਔਰ ਘਰ ਨਹੀਂ ਸੀ ਗਏ, ਪਰ ਪਿੰਡ ਤੋਂ ਬਾਹਰ ਭੋਗ ਅਟੈਂਡ ਉਹਨਾਂ ਨੇ ਕਰਿਆ ਸੀ। ਮਾਸਟਰ ਜੀ, ਉਸ ਤੋਂ ਬਾਅਦ ਇਹ ਵੀ ਦੱਸੋ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹ ਉਹਨਾਂ ਦੇ ਸਮਕਾਲੀ ਸੀ। ਅਕਸਰ ਉਹਨਾਂ ਦੀਆਂ ਸਾਹਿਬ ਦੀਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਸੀ। ਇਹ ਮੁਲਾਕਾਤਾਂ ਦਾ ਦੌਰ ਜਿਹੜਾ 1978 ਤੋਂ ਸ਼ੁਰੂ ਹੋਇਆ ਸੀ। ਪਰ ਕਦੀ ਕੋਈ ਤੁਸੀਂ ਸਾਹਿਬ ਦੇ ਮੁਖਾਰਬਿੰਦ ਤੋਂ ਕਦੀ ਕੋਈ ਸੰਤਾਂ ਬਾਰੇ ਕੋਈ ਗੱਲ ਸੁਣਨ ਨੂੰ ਜਾਂ ਉਹਨਾਂ ਬਾਰੇ ਕੁਛ ਬੋਲਿਆ ਹੋਵੇ, ਕੋਈ ਇੱਦਾਂ ਦੀ ਕੋਈ ਗੱਲ, ਉਹ ਤੁਹਾਨੂੰ ਕੋਈ ਯਾਦ ਹੈ? ਬਹੁਤ ਗੰਭੀਰ ਸਵਾਲ ਕਰਿਆ, ਕਿਉਂਕਿ ਹੁਣ ਨਾ ਤਾਂ ਸਾਹਿਬ ਕਾਂਸ਼ੀ ਰਾਮ ਜੀ ਹੈ ਇਸ ਦੁਨੀਆ 'ਚ, ਔਰ ਨਾ ਹੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਹੈ। ਪਰ ਜਦੋਂ ਰਾਤ ਨੂੰ ਚੰਡੀਗੜ੍ਹ ਦੇ ਦਫ਼ਤਰ 'ਚ 21 ਸੈਕਟਰ ਸੀ ਜਿਹੜਾ ਕਿਰਾਏ 'ਤੇ ਲਿਆ ਹੋਇਆ ਸੀ, ਉਹਦੇ ਵਿੱਚ ਅਸੀਂ 5-4 ਜਣੇ ਹੁੰਦੇ ਸਨ, ਜਿਨ੍ਹਾਂ ਨੂੰ ਉਹ ਆਪਣੀ ਰੂਹ ਦੇ ਮੁਤਾਬਕ ਜੋ ਉਹਨਾਂ ਨੂੰ ਸੁਣਾਉਣਾ ਹੁੰਦਾ ਸੀ ਸੁਣਾਉਂਦੇ ਸਨ ਗੱਲਾਂ। ਤਾਂ ਇੱਕ ਵਾਰ, ਕਿਉਂਕਿ ਉਦੋਂ ਮੂਵਮੈਂਟ ਭਿੰਡਰਾਂਵਾਲੇ ਦੀ ਕਾਫੀ ਉੱਪਰ ਸੀ, ਤਾਂ ਹੋ ਸਕਦਾ ਹੈ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਸ ਲਹਿਜ਼ੇ ਨਾਲ, ਵੈਸੇ ਉਹਨਾਂ ਨੇ ਫਿਰ ਕਿਹਾ ਵੀ ਗੱਲ ਸੁਣ ਲਓ, ਗੱਲ ਤੁਸੀਂ ਕਦੇ ਬਾਹਰ ਨਹੀਂ ਕਰਨੀ। ਅਸੀਂ ਕਿਹਾ ਦੱਸੋ ਜੀ। ਕਹਿੰਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਆ, ਉਹਨਾਂ ਦੀ ਮੂਵਮੈਂਟ ਨੂੰ ਤੁਸੀਂ ਬੁਰਾ ਸਮਝਦੇ ਕਿ ਚੰਗਾ ਸਮਝਦੇ? ਮੈਂ ਸਾਹਿਬ ਅਸੀਂ ਤਾਂ ਤੁਹਾਡੀ ਮੂਵਮੈਂਟ ਨਾਲ ਜੁੜੇ ਹੋਏ ਆ, ਜੋ ਤੁਸੀਂ ਵੀ ਕਹਿੰਦੇ ਨਹੀਂ, ਫਿਰ ਵੀ ਤੁਸੀਂ ਕੈਡਰ ਕੰਪਲੇਂਟ ਕਰੇ ਹੈ, ਮੇਰੇ ਨਾਲ ਰਹਿੰਦੇ ਹੈ, ਤੁਸੀਂ ਦੱਸੋ। ਮੈਂ ਕਿਹਾ ਜੀ ਮੈਂ ਤਾਂ ਮੈਨੂੰ ਉਹਨਾਂ ਨੇ ਸੰਬੋਧਨ ਕਰਕੇ ਕਿਹਾ ਵੀ ਦੱਸੋ ਤੁਸੀਂ, ਤਾਂ ਮੈਂ ਕਿਹਾ ਜੀ ਅਸੀਂ ਤਾਂ ਠੀਕ ਸਮਝਦੇ। ਕਹਿੰਦਾ ਬਿਲਕੁਲ 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 ਠੀਕ ਹੈ। ਪਰ ਉਹ ਮੈਨੂੰ ਮਿਲੇ, ਮੈਂ ਵੀ ਉਹਨਾਂ ਨੂੰ ਮਿਲਣ ਲਈ ਸਮਾਂ ਦਿੱਤਾ, ਕਿਹਾ, ਤਾਂ ਮੈਂ ਉਹਨੂੰ ਦੱਸਿਆ ਵੀ ਤੁਹਾਡੀ ਮੂਵਮੈਂਟ ਫੇਲ ਕਿਸ ਤਰ੍ਹਾਂ ਹੋਣੀ ਹੈ ਔਰ ਕਿਸ ਲੈਵਲ ਤੱਕ ਚਲੀ ਜਾਣੀ ਹੈ। ਉਹਦੇ ਵਿੱਚ ਤੁਹਾਡੀ ਮੂਵਮੈਂਟ 'ਚ ਕਿਸ ਤਰ੍ਹਾਂ ਕਾਲੀਆਂ ਭੇਡਾਂ ਵੜਨੀਆਂ, ਔਰ ਤੁਹਾਡੇ ਲਈ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਬੜੀ ਔਖੀ ਹੋ ਜਾਣੀ, ਸਾਹਮਣੇ ਬੜਾ ਔਖਾ ਹੋ ਜਾਣਾ, ਔਰ ਇਹਦਾ ਰਿਜ਼ਲਟ ਬੜਾ ਉਹ ਨਿਕਲਣਾ ਵੀ ਜਿਹੜੀ ਮੇਰੀ ਮੂਵਮੈਂਟ ਹੈ ਉਹ ਵੀ ਬਿਲਕੁਲ ਪੈਰੇਲਲ ਹੈ। ਔਰ ਸਾਹਿਬ ਕਹਿੰਦੇ ਸਨ ਵੀ ਮੈਂ ਉਹਨਾਂ ਨੂੰ ਕਿਹਾ ਭਿੰਡਰਾਂਵਾਲੇ ਨੂੰ ਵੀ ਮੈਂ ਚਾਹੁੰਦਾ ਹਾਂ ਕਿ ਇਸ ਦੇਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਾਹਤ ਹੈ ਸੀ ਉਹਨਾਂ ਦੀ, ਜੋ ਇਹੋ ਜਿਹਾ ਉਹ ਰਾਜ ਲਿਆਉਣਾ ਚਾਹੁੰਦੇ ਸਨ, ਉਹ ਹੋਵੇ। ਔਰ ਉਹ ਜਿਹਾ ਰਾਜ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਹੋ ਚੁੱਕਿਆ, ਉਸ ਤੋਂ ਵੀ ਬਹੁਤ ਵਧੀਆ ਰਾਜ ਜਿਹੜਾ ਹੈ, ਜਿਹੜਾ ਟੋਟਲੀ ਗੁਰੂਆਂ ਦੀ ਜ਼ਿੰਦਗੀ ਦੇ ਉੱਤੇ ਨਿਰਭਰ ਹੋਏਗਾ, ਉਹ ਮੈਂ ਚਾਹੁੰਦਾ ਹੈ। ਔਰ ਉਹ ਆਹ ਹੈ, ਤਾਂ ਉਹ ਲਗਭਗ ਸਾਹਿਬ ਦੱਸਦੇ ਸੀ ਵੀ 2 ਕੁ ਘੰਟੇ ਮੇਰੀ ਗੱਲ ਭਿੰਡਰਾਂਵਾਲੇ ਐਂ ਸੁਣਦੇ ਰਹੇ, ਜਿਵੇਂ ਕਿਤੇ ਉਹਨਾਂ ਨੇ ਸਾਰੀਆਂ ਗੱਲਾਂ ਪਹਿਲੀ ਵਾਰ ਸੁਣੀਆਂ ਹੁੰਦੀਆਂ। ਮੈਂ ਬਹੁਤ ਬਰੀਕ ਫਿਲਾਸਫੀ ਜਿਹੜੀ ਹੈ ਉਹਨਾਂ ਨੂੰ ਇਹ ਸਮਝਾਈ, ਔਰ ਉਹਨਾਂ ਇੱਕ ਗੱਲ ਕਰੀ, ਮਿਲਣੀ ਇੱਕ ਨਹੀਂ ਹੋਈ, ਮਿਲਣੀ ਉਹਨਾਂ ਨੇ ਕਈ ਹੋਈਆਂ, ਜਿਹਦੇ ਵਿੱਚ ਫਿਰ 1-2 ਹੋਰ ਵੀ ਸਨ ਉਹਨਾਂ ਦੀ ਜਥੇਬੰਦੀਆਂ ਦੇ।
ਤਾਂ ਸਭ ਕਹਿੰਦੇ ਮੈਨੂੰ ਕਹਿੰਦੇ ਵੀ ਬਹੁਤ ਅਫਸੋਸ ਹੈ, ਤੁਹਾਡੀ ਸਾਡੀ ਮਿਲਣੀ ਜਿਹੜੀ ਹੈ ਉਹ ਲੇਟ ਹੋਈ ਹੈ। ਪਿੰਡਾਂ ਵਾਲੇ ਨੇ ਇਹ ਗੱਲ ਕਹੀ ਵੀ ਤੁਹਾਡੀ ਸਾਡੀ ਮਿਲਣੀ ਜੇ ਪਹਿਲੋਂ ਕਿਤੇ ਹੋ ਜਾਂਦੀ ਤਾਂ ਬਿਲਕੁਲ ਸੱਚੀ ਗੱਲ ਹੈ, ਜੋ ਮੈਂ ਚਾਹੁੰਦਾ ਸੀ ਉਹ ਅਸੀਂ ਬੜੀ ਤੀਬਰਤਾ ਨਾਲ ਪੰਜਾਬ 'ਚ ਹੀ ਨਹੀਂ ਅਸੀਂ ਸਾਰੇ ਦੇਸ਼ ਨਾਲ ਲਿਆਉਂਦੇ। ਜੋ ਤੁਹਾਡੀ ਫਿਲਾਸਫੀ ਹੈ ਉਹ ਬੜੀ ਤਕੜੀ ਸੀ। ਔਰ ਈਵਨ ਇੱਕ ਵਾਰ ਤਾਂ ਸਭ ਨੇ ਇਹ ਵੀ ਗੱਲ ਕਹੀ ਵੀ ਗੱਲ ਸੁਣ ਲਓ, ਪਿੰਡਾਂ ਵਾਲਿਆਂ ਨੂੰ ਇਹ ਗੱਲ ਜਤਾਈ ਵੀ ਅੰਬੇਡਕਰ ਸਿੱਖ ਬਣਨਾ ਚਾਹੁੰਦਾ ਸੀ, ਪਰ ਇੱਧਰ ਸਿੱਖ ਲੀਡਰਸ਼ਿਪ ਜਿਹੜੀ ਉਹ ਸਿੱਖੀ ਵਿੱਚ ਪਰਿਪੂਰਨ ਨਹੀਂ ਸੀ, ਇਸ ਕਰਕੇ ਉਹ ਖੁੰਝ ਗਏ। ਔਰ ਸਾਹਿਬ ਨੇ ਕਿਹਾ ਵੀ ਮੈਂ ਵੀ ਧਰਮ ਅਪਣਾਉਣਾ ਹੈ, ਔਰ ਮੇਰੀ ਇਹ ਤਮੰਨਾ ਹੈ ਵੀ ਮੈਂ ਪਹਿਲਾਂ ਸਾਰੇ ਦੇਸ਼ ਵਿੱਚ ਜਿਨ੍ਹਾਂ ਲੋਕਾਂ ਨੂੰ ਚੰਗੇ ਧਰਮ ਦੀ ਲੋੜ ਹੈ, ਚੰਗੀ ਸਮਾਜ ਦੀ ਲੋੜ ਹੈ, ਚੰਗੀ ਰਾਜਨੀਤੀ ਦੀ ਲੋੜ ਹੈ, ਉਹਨਾਂ ਨੂੰ ਮੈਂ ਸਮਝਾ ਦੇਵਾਂ ਔਰ ਇਕੱਠਿਆਂ ਕਰ ਲਵਾਂ। ਔਰ ਜਿਸ ਤਰ੍ਹਾਂ ਅੰਬੇਡਕਰ ਜੀ ਨੇ ਇੱਕ ਦਿਨ ਹੀ ਬੁੱਧ ਧਰਮ ਗ੍ਰਹਿਣ ਕਰਿਆ, ਔਰ ਸਾਹਿਬ ਨੇ ਇਹ ਗੱਲ ਦੱਸੀ ਮਸਜਿਦ ਵਿੱਚ ਆ ਕੇ ਦਫ਼ਤਰ 'ਚ ਉਸ ਦਿਨ ਵੀ ਇਹ ਸੱਚਾਈ ਹੈ। ਜੇ ਪਿੰਡਾਂ ਵਾਲੇ ਨਾਲ ਮੇਰੀ ਪਹਿਲਾਂ ਮੁਲਾਕਾਤ ਹੋ ਜਾਂਦੀ ਤਾਂ ਮੈਂ ਇੱਕ ਦਿਨ ਵਿੱਚ ਹੀ ਸਾਰੇ ਦੇਸ਼ ਨੂੰ ਸਿੱਖ ਸਜਾ ਦਿੰਦਾ। ਜਿਹੜੀ ਮੇਰੀ ਤਮੰਨਾ ਹੁਣ ਪੂਰੀ ਹੋਈ ਹੁੰਦੀ ਲੱਗਦੀ ਨਹੀਂ ਹੈ, ਮੈਨੂੰ ਪੂਰੀ ਹੁੰਦੀ ਨਹੀਂ ਲੱਗਦੀ। ਜਿਸ ਤਰ੍ਹਾਂ ਅੰਬੇਡਕਰ ਦੀ ਨੂੰ ਸੰਸਾਰ 'ਚੋਂ ਭੇਜਿਆ ਏ, ਤਾਂ ਸਾਹਿਬ ਨੇ ਕਈ ਵਾਰ ਇਹ ਗੱਲ ਕਰੀ ਹੈ, ਦਫ਼ਤਰ 'ਚ ਕਈ ਵਾਰ ਗੱਲ ਕਰੀ ਹੈ ਇਹ ਵੀ ਮੈਨੂੰ ਲੱਗਦਾ ਹੈ ਵੀ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਣਾ। ਔਰ ਇਹ ਬਿਲਕੁਲ ਸੱਚਾਈ ਹੈ ਵੀ ਫਿਰ ਅਸੀਂ ਉਹਨਾਂ ਨੂੰ ਇੱਕ ਵਾਰ ਪੁੱਛਿਆ ਵੀ ਸਾਹਿਬ ਜਿਹੜੀ ਨਸਲਵਾੜੀ ਮੂਵਮੈਂਟ ਉਹ ਕਹਿੰਦੇ ਹੈ ਹੀ ਸਾਡੀ ਸੀ, ਉਹ ਬਿਲਕੁਲ ਠੀਕ ਸੀ ਵੀ, ਪਰ ਇਹ ਹੈ ਵੀ ਉਹ ਮੂਵਮੈਂਟਾਂ ਨੂੰ ਫੇਲ ਕਰਨ ਲਈ ਵਿੱਚ ਜਿਹੜੀਆਂ ਕਾਲੀਆਂ ਬਿੱਲੀਆਂ ਵੜ ਜਾਂਦੀਆਂ ਉਹ ਬਦਨਾਮ ਕਰ ਦਿੰਦੀਆਂ, ਕੁਛ ਗਲਤ ਕੰਮ ਕਰਵਾ ਦਿੰਦੀਆਂ, ਉਹ ਮੂਵਮੈਂਟ ਜਿਹੜੀ ਹੈ ਉਹ ਬਿਖਰ ਜਾਂਦੀ ਹੈ। ਤਾਂ ਉਹ ਦੱਸ ਰਹੇ ਸੀ ਵੀ ਹਰ ਪ੍ਰਕਾਰ ਦੀ ਪਹਿਲੋਂ ਬੌਧਿਕ ਮੂਵਮੈਂਟ, ਫਿਰ ਸ਼ਸਤਰੀ ਦੀ ਵੀ ਮੂਵਮੈਂਟ ਜਿਹੜੀ ਹੈ ਉਹਦੇ ਬਿਨਾਂ ਗੱਡੀ ਸਿਰੇ ਨਹੀਂ ਚੜ੍ਹਦੀ ਹੈ। ਤਾਂ ਫਿਰ ਉਹ ਕਹਿੰਦੇ ਸੀ ਵੀ ਸਾਰਿਆਂ ਦੀ ਚਾਬੀ ਜਿਹੜੀ ਹੈ ਉਹ ਅੰਬੇਡਕਰ ਨੇ ਤੁਹਾਨੂੰ ਦੇ ਦਿੱਤੀ, ਉਹ ਵੋਟ ਦੀ ਹੈ। ਵੋਟ ਦੇ ਨਾਲ ਐਂ ਕਰੋ, ਪਹਿਲਾਂ ਤੁਸੀਂ ਰਾਜ ਲੈ ਲਓ, ਨਾ ਕਿਸੇ ਨੂੰ ਡਰਾਉਣਾ, ਨਾ ਧਮਕਾਉਣਾ, ਨਾ ਡਰਨਾ, ਅਤੇ ਵੋਟ ਤੁਹਾਡੀ ਜ਼ਿਆਦਾ ਹੈ, ਵੋਟ ਦਾ ਸਹੀ ਇਸਤੇਮਾਲ ਕਰ ਲਓ, ਤੁਸੀਂ ਰਾਜ ਪਾਟ ਆਪਣੇ ਹੱਥ ਲੈ ਲਓ, ਫਿਰ ਤੁਸੀਂ ਜੋ ਮਰਜ਼ੀ ਕਰ ਲਓ। ਹਕੂਮਤ ਜਿਹੜੀ ਹੈ ਉਹਦੇ ਹੱਥ 'ਚ ਕਾਨੂੰਨ ਦਾ ਡੰਡਾ ਹੁੰਦਾ ਹੈ, ਜੋ ਮਰਜ਼ੀ ਤੁਸੀਂ ਕਰ ਸਕਦੇ ਆ। ਤਾਂ ਉਹਨਾਂ ਨੇ ਇਹ ਗੱਲ ਕਹੀ ਸੀ, ਭਾਵੇਂ ਇਹ ਐਂਡ ਔਰ ਆਬਜੈਕਟ ਨਹੀਂ ਹੈ ਰਾਜਨੀਤੀ, ਪਰ ਇਸ ਦੇਸ਼ ਦੀ ਇਹ ਤਰਾਸਦੀ ਹੈ ਵੀ ਇੱਥੇ ਜਿਨ੍ਹਾਂ ਲੋਕਾਂ ਦੀ ਮੈਂ ਬਾਂਹ ਫੜੀ ਹੈ, ਜਿਨ੍ਹਾਂ ਲੋਕਾਂ ਨੂੰ ਬਾਂਹ ਫੜਾਉਣ ਦੀ ਜ਼ਰੂਰਤ ਹੈ, ਔਰ ਉਹਨਾਂ ਲਈ ਸੌਖਾ ਢੰਗ ਸਿਰਫ ਇਹੀ ਹੈ ਵੀ ਉਹ ਰਾਜਨੀਤੀ ਨੂੰ ਅਪਣਾ ਲਵੇ, ਰਾਜਨੀਤੀ ਆਪਣੇ ਹੱਥ ਲੈ ਲਵੇ, ਔਰ ਵੋਟ ਦਾ ਸਹੀ ਇਸਤੇਮਾਲ ਕਰਕੇ ਜਿਹੜਾ ਉਹ ਆਪਣੇ ਆਪ ਨੂੰ ਹਕੂਮਤ ਬਣਾ ਕੇ ਉਹ ਸਾਰੀਆਂ ਫੈਸਿਲਿਟੀ ਲੈ ਸਕਦੇ, ਸਾਰੇ ਕਾਨੂੰਨ ਜਿਹੜੇ ਹੈ ਉਹ ਲਾਗੂ ਕੀਤੇ ਜਾ ਸਕਦੇ, ਨਵੇਂ ਵੀ ਬਣਾਏ ਜਾ ਸਕਦੇ ਹੈ। ਸੋ ਇਹ ਸੀ ਘਣਸ਼ੀ ਰਾਮ ਜੀ ਦੀ। ਹਾਂਜੀ, ਸੱਚ ਕਿਹਾ ਸਾਹਿਬ ਘਣਸ਼ੀ ਰਾਮ ਨੇ ਵੀ ਰਾਜਨੀਤਿਕ ਗੁਰੂ ਕਿੱਲੀ ਉਹ ਕਿੱਲੀ ਹੈ ਇੱਕ, ਜਿਹਨਾਂ ਸਾਲੇ ਸਾਰੇ ਦਰਵਾਜ਼ੇ ਬੰਦ ਦਰਵਾਜ਼ੇ ਖੋਲ੍ਹੇ ਜਾ ਸਕਦੇ ਆ, ਬੰਦ ਤਾਲੇ ਖੋਲ੍ਹੇ ਜਾ ਸਕਦੇ ਆ। ਅਤੇ ਫਿਰ ਰਾਜਨੀਤਿਕ ਪਾਵਰ ਹੱਥ 'ਚ ਆਉਣ ਨਾਲ, ਅਸੀਂ ਸੱਤਾ 'ਚ ਆਉਣ ਨਾਲ, ਸ਼ਾਸਕ ਬਣਨ ਨਾਲ ਅਸੀਂ ਆਪਣੇ ਲੋਕਾਂ ਦਾ ਭਲਾ ਕਰ ਸਕਦੇ ਹਾਂ। ਤਾਂ ਇਹ ਸਨ ਮੇਰੇ ਨਾਲ 78 ਸਾਲਾ ਸਰਦਾਰ ਸਾਹਿਬ ਘਣਸ਼ੀ ਰਾਮ ਜੀ ਦੇ ਫੁੱਫੜ ਜੀ ਦੇ ਲੜਕੇ ਭੰਗੀ ਦਾਸ ਜੀ ਦੇ ਮਾਸਟਰ ਸ਼ਿਵ ਸਿੰਘ ਜੀ, ਜੋ ਇਸ ਵਕਤ 78 ਸਾਲ ਦੇ ਹਨ, ਪਿੰਡ ਭਰਤਗੜ੍ਹ ਰੋਪੜ ਵਿਖੇ ਰਹਿ ਰਹੇ ਹਨ।
ਤੇ ਉਹਨਾਂ ਨੇ ਬੜੀ ਬੇਬਾਕੀ ਨਾਲ ਸਾਹਿਬ ਕਾਂਸ਼ੀ ਰਾਮ ਜੀ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਫਿਲਾਸਫੀਆਂ ਬਾਰੇ ਸਾਡੇ ਦਰਸ਼ਕਾਂ ਦੇ ਸਾਹਮਣੇ ਆਪਣੀ ਲਿਆਕਤ ਨਾਲ ਉਹਨਾਂ ਦੀਆਂ ਖੂਬੀਆਂ ਨੂੰ ਰੱਖਿਆ। ਤੇ ਅਸੀਂ ਅੱਗੇ ਤੋਂ ਵੀ ਸਾਹਿਬ ਦੀ ਕਿਸੇ ਵੀ ਸਾਥੀ ਨੂੰ ਜੋ ਉਹਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹੇ ਆ, ਅਸੀਂ ਐਸੀ ਪਰਸਨੈਲਿਟੀ ਨੂੰ ਹਰ ਵਕਤ ਤੁਹਾਡੇ ਰੂਬਰੂ ਕਰਦੇ ਰਹਾਂਗੇ। ਅਲਵਿਦਾ।